ਸ਼ੈਲਟ ਵਿੱਚ ਕੀ ਲੋਕੀ ਜਾਣਦੇ ਸੀ ਕਿ ਸਿੱਖ ਕੌਣ ਨੇ 1985 ਵਿੱਚ? ਸਭ ਤੋਂ ਨੇੜੇ ਗੁਰਦੁਆਰਾ ਸਿੱਖ ਡੁਰਮ ਦਾ ਆਪਣੇ ਘਰੇ ਕੀਰਤਨ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਜਿਵੇਂ ਫਿਰ ਸੰਗਤ ਵੱਧਦੀ ਗਈ। ਅੱਜ ਤੁਸੀਂ ਐਂਟਰਪ੍ਰੀਨਿਓਰ ਹੋ, ਆਪਣੀ ਕੰਸਟਰਕਸ਼ਨ ਕੰਪਨੀ ਨੂੰ ਰਨ ਕਰ ਰਹੇ ਹੋ ਜੈਜ਼ਮ ਨੂੰ। ਜੌਬ ਵਧੀਆ ਹੈ ਜਾਂ ਐਂਟਰਪ੍ਰੀਨਿਓਰਸ਼ਿਪ? ਦੋਵੇਂ ਵਧੀਆ ਨੇ ਭਾਈ ਸਾਹਿਬ। ਜੇ ਤੁਹਾਡਾ ਗੋਲ ਸਿਰਫ ਪੈਸੇ ਹੀ ਬਣਾਉਣਾ ਹੈ, ਵਰਲਡ ਹੈਜ਼ ਬਿਕਮ ਫਲੈਟ, ਇਟਸ ਨਾਟ ਲਾਈਕ ਵਾਟ ਇਟ ਯੂਜ਼ਡ ਟੂ ਬੀ। ਜਿਹੜੀ ਚੇਂਜ ਆਈ ਹੈ, ਸਾਨੂੰ ਇੱਕ ਦੂਜੇ ਤੇ ਬਹੁਤ ਡਿਪੈਂਡ ਕਰਨਾ ਪੈਂਦਾ ਹੈ। ਬਹੁਤ ਸਾਰੇ ਬੱਚੇ ਨੇ ਜਿਹੜੇ ਅਮਰੀਕਾ ਆਉਂਦੇ ਨੇ, ਉਹਨਾਂ ਨੂੰ ਡਾਲਰ ਦੀ ਜਿਹੜੀ ਚਮਕ ਹੈ ਨਾ, ਉਹ ਆਪਣੇ ਵੱਲ ਜ਼ਰੂਰ ਖਿੱਚਦੀ ਹੈ। Day and night difference. They are not too much difference between America and India. Honesty is the first thing and working hard. If you keep these two principles, you will succeed here. ਜਦੋਂ ਸਰੇਆਮ ਨਸ਼ੇ ਮਿਲਦੇ ਨੇ, ਫਿਰ ਵੀ ਕਿਉਂ ਪੰਜਾਬ ਨੂੰ ਹੀ ਬਦਨਾਮ ਕੀਤਾ ਜਾਂਦਾ ਹੈ? ਪਿਛਲੇ ਸਾਲ ਦੀ ਗੱਲ ਸੁਣੋ, ਸਾਰੇ ਪਿੰਡ ਦੇ ਵਿੱਚ ਲੋਕਾਂ ਨੇ ਸ਼ਰਾਬ ਪੀਣੀ ਛੱਡਤੀ। Nobody is taking drugs. ਤੁਸੀਂ ਇਸ ਸਟੇਜ ਤੇ ਆ ਰਹੇ ਹੋ ਤੇ ਇਹ ਡਾਇਰੈਕਸ਼ਨ ਤੁਸੀਂ ਯੂਥ ਨੂੰ ਦੇ ਰਹੇ ਹੋ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਫਿਰਵਾਨੀ। ਪ੍ਰੋਗਰਾਮ ਸਿੱਖ ਹਾਈ ਫਲਾਇਰ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਪਹੁੰਚਿਆ ਹੋਇਆ ਅਮਰੀਕਾ ਦੇ ਨਾਰਥ ਕੈਰੋਲੀਨਾ ਦੇ ਸ਼ਹਿਰ ਸ਼ਾਰਲਟ ਵਿੱਚ, ਔਰ ਅੱਜ ਜਿਸ ਹਸਤੀ ਨੂੰ ਅਸੀਂ ਮਿਲ ਕੇ ਕਹਿ ਰਹੇ ਹਾਂ ਸਿੱਖ ਹਾਈ ਫਲਾਇਰ, ਬੇहद ਖਾਸ ਹਸਤੀ ਨੇ ਸ਼ਾਰਲਟ ਸ਼ਹਿਰ ਦੇ, ਕਿਉਂਕਿ ਪੁਰਾਣੇ ਸੱਜਣਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇੱਥੇ ਸ਼ਾਰਲਟ ਸ਼ਹਿਰ ਨੂੰ ਸਿੱਖੀ ਦੇ ਮੁਕਾਮ ਨੂੰ ਹੋਰ ਉੱਪਰ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਅੱਜ ਦੇ ਜਿਹੜੇ ਸ਼ਖਸ ਨੇ, ਵੈਸੇ ਉਂਝ ਤਾਂ ਪ੍ਰੋਫੈਸ਼ਨ ਵਜੋਂ ਇੰਜੀਨੀਅਰ ਨੇ, ਔਰ ਨਾਲ ਹੀ ਜੈਜ਼ਮ ਇੱਕ ਕੰਸਟਰਕਸ਼ਨ ਕੰਪਨੀ ਹੈ ਜਿਸ ਦੇ ਫਾਊਂਡਰ ਨੇ, ਪ੍ਰੈਜ਼ੀਡੈਂਟ ਨੇ, ਅਤੇ ਨਾਲ ਹੀ ਸਿੱਖ ਹੈਰੀਟੇਜ ਸੁਸਾਇਟੀ ਦੇ ਟਰਸਟੀ ਵੀ ਨੇ। ਜੀ ਹਾਂ, ਨਨ ਅਦਰ ਦੈਨ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਸੱਜਣ ਸਿੰਘ ਧਾਲੀਵਾਲ ਸਾਹਿਬ। ਆਓ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਧਾਲੀਵਾਲ ਸਾਹਿਬ, ਬਹੁਤ ਬਹੁਤ ਸਵਾਗਤ ਔਰ ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ, ਵੈਲਕਮ, ਯੂ ਵੈਰੀ ਵੈਲਕਮ। ਥੈਂਕ ਯੂ ਸੋ ਮਚ ਜੀ। ਇੱਕ ਤੋਂ ਬਾਅਦ ਇੱਕ ਹਸਤੀਆਂ ਜਿਹੜੀਆਂ ਨੇ ਸਾਡੇ ਪ੍ਰੋਗਰਾਮ ਵਿੱਚ ਆਉਂਦੀਆਂ ਨੇ, ਔਰ ਅੱਜ ਤੁਸੀਂ ਸਾਨੂੰ ਆਪਣਾ ਵਡਮੁੱਲਾ ਸਾਨੂੰ ਕੀਮਤੀ ਸਮਾਂ ਦਿੱਤਾ ਹੈ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਬਹੁਤ ਬਹੁਤ ਧੰਨਵਾਦ। ਪਰ ਸ਼ਾਰਲਟ ਸ਼ਹਿਰ ਨੇ ਕਿਸ ਤਰ੍ਹਾਂ ਤੁਹਾਡਾ ਸਵਾਗਤ ਕੀਤਾ ਔਰ ਕਦੋਂ ਤੁਸੀਂ ਇੱਥੇ ਆਏ, ਇਹ ਮੈਂ ਜ਼ਰੂਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ, ਫਿਰ ਅਸੀਂ ਅੱਗੇ ਵਧਾਂਗੇ। ਠੀਕ। ਤੇ ਇੱਥੇ ਅਸੀਂ ਮੂਵ ਹੋਏ ਸੀ 1985 ਦੇ ਵਿੱਚ। My company transferred me here to set up a plant in Lincoln, North Carolina. जी. Although Charlotte was not as big as it is now, but still it was a pretty important financial center of USA. After we set up a company in Lincoln, they transferred me to Chicago to other factory. जी. which they wanted to start, but I did not want to go up north. ਇੱਕ ਵਾਰ ਤੁਸੀਂ ਰਹਿਣ ਲੱਗ ਜਾਓ ਸਾਊਥ ਦੇ ਵਿੱਚ, ਫਿਰ ਨਾਰਥ ਵੀ ਜਾਣਾ ਬੜਾ ਔਖਾ ਲੱਗਦਾ ਹੈ। ਹਾਂਜੀ, ਬਿਲਕੁਲ। ਤੇ ਹਾਂਜੀ, ਮੌਸਮ ਕਰਕੇ, ਸੋ ਇਸ ਕਰਕੇ ਅਸੀਂ ਸਭ ਜੌਬ ਛੱਡ ਕੇ ਆਪਣਾ ਬਿਜ਼ਨਸ ਸ਼ੁਰੂ ਕਰਤਾ। ਤੇ ਮੇਰਾ ਤਜਰਬਾ ਸੀਗਾ ਕੰਸਟਰਕਸ਼ਨ ਵੀ, ਬੀਇੰਗ ਇੰਜੀਨੀਅਰ, ਦੀਸ ਥਿੰਗਸ ਕਮ ਵੈਰੀ ਈਜ਼ੀ। ਹਾਂਜੀ। ਤੇ ਘਰ ਬਣਾਉਣੇ ਸ਼ੁਰੂ ਕਰਤੇ, ਤੇ ਉਸ ਤੋਂ ਬਾਅਦ it was a pretty good move. ਬਿਲਕੁਲ। ਪਰ ਅੱਜ ਤੁਸੀਂ 1985 ਵਿੱਚ ਇੱਥੇ ਆਏ, ਅੱਜ ਅਸੀਂ 2025 ਵਿੱਚ ਬੈਠੇ ਹਾਂ। ਕਿੰਨਾ ਕੁ ਸਮਾਂ ਤੁਸੀਂ ਦੇਖਿਆ ਬਦਲਦਾ ਹੋਇਆ ਇੱਥੇ? ਕਿਉਂਕਿ ਸ਼ਾਰਲਟ ਪਹਿਲਾਂ ਬਹੁਤ ਜ਼ਿਆਦਾ ਹਾਈਵੇਜ਼ ਇੱਥੇ ਨਹੀਂ ਸੀ। ਉਸ ਤੋਂ ਬਾਅਦ ਸਿੱਖੀ ਕਿਸ ਤਰ੍ਹਾਂ ਇੱਥੇ ਵਧੀ ਹੈਗੀ ਹੈ, ਉਹ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ। ਜਦੋਂ ਅਸੀਂ ਇੱਥੇ ਮੂਵ ਹੋਏ ਸ਼ਾਰਲਟ ਦੇ ਵਿੱਚ, ਸਿਰਫ 5-4 ਹੀ ਸਿੱਖ ਫੈਮਲੀਆਂ ਸੀਗੀਆਂ। ਹਾਂਜੀ। ਤੇ ਕੋਈ ਗੁਰਦੁਆਰਾ ਨਹੀਂ ਸੀ। ਤੇ ਸਾਡੇ ਇੱਕ ਫਰੈਂਡ ਨੇ, ਪੁਰਾਣੇ ਲਖਬੀਰ ਸਚਦੇਵ, ਤੇ ਇੱਕ ਉਹਨੇ ਰੋਸ਼ਨ ਅਤਰੇ ਸਾਹਿਬ, ਉਹਨਾਂ ਦੀ ਵਾਈਫ ਇਜ਼ ਫਰਮ ਦਿੱਲੀ, ਸ਼ੀ ਇਜ਼ ਫਰਮ ਸਿੱਖ ਫੈਮਲੀ। ਜੀ। ਤੇ ਅਸੀਂ ਫਿਰ ਇੱਥੇ ਆਪਣੇ ਘਰੇ ਕੀਰਤਨ ਕਰਨਾ ਸ਼ੁਰੂ ਕੀਤਾ। ਸ਼ੁਰੂ ਦੇ ਵਿੱਚ ਪਹਿਲਾਂ ਘਰਾਂ 'ਚ ਕੀਰਤਨ ਕਰਿਆ ਕਰਦੇ ਸੀ ਹਰ ਸੰਡੇ ਨੂੰ। ਤੇ ਸਭ ਤੋਂ ਨੇੜੇ ਗੁਰਦੁਆਰਾ ਸਿੱਖ ਡੁਰਮ ਦਾ, ਉੱਥੇ ਅਸੀਂ ਚਲਾ ਕੇ ਕਾਰ 'ਚ ਜਾਣਾ। ਉਹਨਾਂ ਦਿਨਾਂ 'ਚ ਯੂ ਟੂ ਟੇਕ 3 ਘੰਟੇ ਈਚ ਵੇ। ਹੁਣ ਟਾਈਮ ਬਹੁਤ, ਹੁਣ ਹਾਈਵੇ ਬਣ ਗਏ ਤੇ ਇੰਨਾ ਟਾਈਮ ਨਹੀਂ ਲੱਗਦਾ ਹੈ ਇੱਥੇ ਜਾਣ ਨੂੰ। ਜੀ। ਤੇ ਹੌਲੀ ਹੌਲੀ ਜਿਵੇਂ ਫਿਰ ਸੰਗਤ ਵੱਧਦੀ ਗਈ,
ਤੇ ਫਿਰ ਅਸੀਂ ਆਪਣਾ ਜਿਹੜਾ ਕੀਰਤਨ ਹੈਗਾ ਸੰਡੇ ਦਾ ਹਿੰਦੂ ਸੈਂਟਰ ਦੇ ਹਾਲ 'ਚ ਕਰਨ ਲੱਗ ਗਏ। ਉਹਨਾਂ ਨੇ ਸਾਡੀ ਮੈਥੋਂ ਦਾ ਸ਼ਾਰਟ ਦਾ ਹਿੰਦੂ ਸੈਂਟਰ ਨੇ ਸਾਡੀ ਬੜੀ ਹੈਲਪ ਕੀਤੀ। ਉਹਨਾਂ ਨੇ ਸਾਨੂੰ ਫ੍ਰੀ ਥਾਂ ਦਿੱਤੀ ਅਤੇ ਫ੍ਰੀ ਰਸੋਈ ਅਤੇ ਲੰਗਰ ਵਗੈਰਾ ਬਣਾਉਣ ਲਈ ਜੀ। ਤੇ ਵੀ ਆਰ ਵੈਰੀ ਥੈਂਕਫੁਲ ਟੂ ਦੈਮ। ਤੇ ਉਸ ਤੋਂ ਬਾਅਦ ਐਜ਼ ਦਾ ਟਾਈਮ ਪ੍ਰੋਗਰੈਸਡ ਅਸੀਂ ਸੋਚਦੇ ਰਹੇ ਕਿ ਆਪਣਾ ਗੁਰਦੁਆਰਾ ਬਣਾਈਏ। ਤੇ ਬੰਦੇ ਬੜੇ ਥੋੜੇ ਸੀਗੇ ਤੇ ਉਦੋਂ ਸਿਰਫ 30-35 ਫੈਮਲੀਆਂ ਹੋਣਗੀਆਂ। ਪਰ 1985 ਵੀ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਇੱਥੇ ਆਏ ਔਰ ਸਿਰਫ ਉਦੋਂ 4-5 ਫੈਮਿਲੀ ਸੀ, ਸਿੱਖ ਫੈਮਲੀਜ਼ ਇੱਥੇ ਸੀਗੀਆਂ। ਸ਼ੈਰਲਟ ਵਿੱਚ ਕੀ ਲੋਕੀ ਜਾਣਦੇ ਸੀ ਕਿ ਸਿੱਖ ਕੌਣ ਨੇ 1985 ਵਿੱਚ? ਬਹੁਤ ਘੱਟ, ਹਾਂ ਬਹੁਤ ਘੱਟ। ਅਜੇ ਵੀ ਇੰਨਾ ਨਹੀਂ ਜਾਣਦੇ ਜਿੰਨਾ ਜਾਣਨਾ ਚਾਹੀਦਾ। ਜਿਵੇਂ ਕਿਉਂਕਿ ਆਬਾਦੀ ਅਜੇ ਵੀ ਇੱਥੇ ਕਾਫੀ ਘੱਟ ਹੈਗੀ ਹੈ ਕੰਪੇਅਰ ਟੂ ਇੱਥੋਂ ਡੁਰਮ ਦੇ ਵਿੱਚ ਦੇ ਆਰ ਮੋਰ ਸਿੱਖਸ ਦੇਅਰ ਦੈਨ ਦੇ ਆਰ ਇਨ ਸ਼ਾਰਲਟ ਏਰੀਆ। ਆਈ ਡੋਂਟ ਨੋ ਦਾ ਰੀਜ਼ਨ ਫॉर दैट ਬਟ ਫॉर ਸਮ ਰੀਜ਼ਨ ਇੱਥੇ ਹਿੰਦੁਸਤਾਨੀ ਬਥੇਰੇ ਹੋਣਗੇ ਬਟ ਲੋਟ ਆਫ them ਆਰ ਨੋਨ ਸਿੱਖਸ ਜਿਹੜਾ ਦਾ ਆਪਣਾ ਕਾਫੀ ਵੱਡਾ ਹਿੰਦੂ ਸੈਂਟਰ ਹੈਗਾ। ਤੇ ਜਿਹੜਾ ਕਿ ਰੇਸਿਜ਼ਮ ਦੀ ਗੱਲ ਕਰੀਏ ਤਾਂ ਸ਼ੈਰਲਟ ਵਿੱਚ ਕੀ ਰੇਸਿਜ਼ਮ ਨਸਲ ਵਿਭਿੰਨਤਾ ਹੈਗੀ ਇੱਥੇ? I have not really experienced openly any racism personally. मैं कदे लग्या नहीं। I feel very much at home. ते अंदरों we can never tell कि ऐसे racism है कि नहीं है, पर most of them is pretty peaceful and very friendly people. ते ਇੱਥੋਂ ਦੀ ਜਿਹੜੀ फॉर एग्जाम्पल अफ्रीकन अमेरिकन जी पापूलेशन है 30% के करीब है, पर इतों के साढ़े मेयर वगैरह सारे अफ्रीकन अमेरिकन होंगे। सो दैट रियली टेल हाउ प्रोग्रेसिव स्टेट ये हैगी है। बीइंग ए सदर्न स्टेट इट्स वेरी प्रोग्रेसिव जी। हाँ जी। तो असी बड़े लकी हैं कि नॉर्थ कैरोलाइना दे विच जिहड़ियां बहुत एजुकेशन दी इंस्टीट्यूशन बहुत सोहणियां इत्थे लाइक वेक फॉरेस्ट यूनिवर्सिटी, चैपल हिल ते ड्यूक यूनिवर्सिटी, ईस्ट चैपल हिल ते अपना इत्थे डेविडसन कॉलेज बड़ा मशहूर हैगा। सो बच्चों दे पढ़ाई लई ये स्टेट बड़ी चंगी है। पीपल हैव अ बिग चॉइस। जिन्ना मैं सज्जन सिंह धारीवाल साहब ਨੂੰ ਜਾਣਿਆ ਅਸੀਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਮੈਨੂੰ ਇੱਕ ਗੱਲ ਬੜੀ ਸੋਹਣੀ ਲੱਗੀ ਹੈ ਕਿ ਤੁਸੀਂ ਆਪਣੀ ਲਾਈਫ ਵਿੱਚ ਐਜੂਕੇਸ਼ਨ ਨੂੰ ਪੜ੍ਹਾਈ ਨੂੰ ਬਹੁਤ ਤਰਜੀਹ ਦਿੱਤੀ ਹੈ। ਕਿਉਂਕਿ ਲੋਕੀ ਇੱਥੇ ਆ ਜਾਂਦੇ ਨੇ ਪੰਜਾਬ ਤੋਂ ਉੱਠ ਕੇ, ਪਰ ਇੱਥੇ ਉਹ ਸਿਰਫ ਇੱਕ ਉਬਰ ਚਲਾਉਣ ਲੱਗ ਜਾਂਦੇ ਨੇ ਜਾਂ ਫਿਰ ਟਰੱਕ ਚਲਾਉਣ ਲੱਗ ਜਾਂਦੇ ਨੇ ਜਾਂ ਫਿਰ ਹੋਰ ਰੈਸਟੋਰੈਂਟ 'ਤੇ ਕੰਮ ਕਰਨ ਲੱਗ ਜਾਂਦੇ ਨੇ, ਉਸ ਤਰ੍ਹਾਂ ਹੀ ਆਪਣੀ ਲਾਈਫ ਨੂੰ ਅੱਗੇ ਵਧਾਉਂਦੇ ਨੇ। ਪਰ ਤੁਸੀਂ ਇਹ ਸੋਚਿਆ ਕਿ ਨਹੀਂ, ਪੜ੍ਹਾਈ ਮੇਰੇ ਲਈ ਬਹੁਤ ਜ਼ਰੂਰੀ ਹੈ, ਪੜ੍ਹਾਈ ਵਿੱਚ ਵੀ ਮਹਾਰਤ ਹਾਸਲ ਕਰਨੀ ਬੜੀ ਜ਼ਰੂਰੀ ਹੈ। हाँ जी, हाँ जी, तो सच बिल्कुल ठीक है। क्योंकि मैं पिंड दे स्कूल च पढ़िया ते उस तो बाद फिर मैं पढ़ के जो कनेडा आया जी, तो इत्थे आके मेरा फ्रेंड राम लाल गर्ग ही टोल्ड मी टू कम टू कनेडा के बड़ा फ्रेंड लाइफ है इत्थे। ते उन्हां दिनां च इंडिया दी इकनॉमिक कंडीशन भी इन्नी चंगी नहीं सी। वी केम हेयर सिर्फ इकनॉमिक कंडीशन करके जी। जो फिर मैं इत्थे आके थोड़े बहुत कई साल काम किया तो दैन आई रियलाइज कि इत्थे जे काम ही करना तो इदां दी जॉबां मिलणगियां लेबर वालियां, इवन दो यू मेक गुड मनी। आई नीड टू गो टू स्कूल, गेट एजुकेशन टू गेट हायर अप इफ आई वांट टू really progress, have a good quality of life जी। So engineer by profession, so I Canada जाके I joined University of Manitoba। हाँ जी। ते did my completed my mechanical engineering जी। ਤੇ ਉਸ ਤੋਂ ਕੰਪਲੀਟ ਤੋਂ ਬਾਅਦ I tried to get a job in Canada। ਉਹਨਾਂ ਦਿਨਾਂ 'ਚ ਉੱਥੇ ਰੇਸਿਜ਼ਮ ਬਹੁਤ ਸੀਗਾ ਤੇ ਜਿਸ ਕਰਕੇ ਮੈਨੂੰ ਉੱਥੇ ਜੋਬ ਨਹੀਂ ਮਿਲੀ। ਮੈਂ ਤੇ ਸਿਰਫ ਮੈਂ ਕਿਹਾ 26 ਦੇ ਕਰੀਬ ਅਸੀਂ ਗ੍ਰੈਜੂਏਟ ਸੀਗੇ ਤੇ ਬੜੀ ਸ਼ਾਰਟੇਜ ਸੀ ਇੰਜੀਨੀਅਰਾਂ ਦੀ। ਤੇ ਜਿਹੜੇ ਲੋਕਲ ਬੰਦੇ ਸੀਗੇ ਉਹਨਾਂ ਨੂੰ ਦੇ ਹੈਡ ਮਲਟੀਪਲ ਆਫਰ, ਇੱਕ ਕੋਲ 16 ਆਫਰਾਂ ਸੀਗੀਆਂ, ਐਨੀ ਸ਼ਾਰਟੇਜ ਸੀ। ਬਟ ਆਈ ਡਿਡ ਨਾਟ ਗੈਟ ਐਨੀ ਆਫਰ ਜੀ। ਤੇ ਉਸ ਕਰਕੇ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਅਮਰੀਕਾ ਅਪਲਾਈ ਕਰ ਜੀ। ਤੇ ਇੱਥੇ ਮੈਂ ਜੋਬ ਲਈ ਅਪਲਾਈ ਕੀਤਾ ਤੇ ਉਹਨਾਂ ਦਾ ਰਾਈਟ ਵੇ ਮੈਨੂੰ ਜਵਾਬ ਆ ਗਿਆ ਕਿ would you like to join जी।
ਐਂਡ ਯੂਨੀਵਰਸਿਟੀ ਆਫ ਟੈਨਸੀ ਦੇ ਵਿੱਚ ਜੋਬ ਇੰਜੀਨੀਅਰ ਦੀ ਜੋਬ ਦੀ ਓਪਨਿੰਗ ਸੀ ਸੋ ਦੇ ਇਨਵਾਈਟਡ ਮੀ ਹੇਅਰ ਸੈਂਡ ਮੀ ਅ ਟਿਕਟ ਅਤੇ ਇੱਥੇ ਆ ਕੇ ਉਹਨਾਂ ਨੇ ਕਦੇ ਨਹੀਂ ਪੁੱਛਿਆ ਕਿ ਸਰਟੀਫਿਕੇਟ ਕਿੱਥੇ ਹੈ ਅਤੇ ਜੋ ਵੀ ਮੈਂ ਲਿਖਿਆ ਸੀ ਆਪਣੇ ਰੈਜ਼ੂਮੇ ਦੇ ਵਿੱਚ ਜਸਟ ਬਾਈ ਦੈਟ they put me to work and also got me immigration within a few months. They got us the paper. I was Canadian citizen, but I got the green card right away. ਧਾਲੀਵਾਲ ਸਾਹਿਬ ਤੁਸੀਂ ਜੌਬ ਵੀ ਦੇਖੀ ਹੈ, ਚੰਗੀਆਂ ਕੰਪਨੀਆਂ ਵਿੱਚ ਜੌਬ ਤੁਸੀਂ ਕੀਤੀ ਹੈ ਔਰ ਚੰਗੇ ਪੇ ਸਕੇਲ ਤੇ ਕੰਮ ਵੀ ਕੀਤਾ ਹੈ। ਅੱਜ ਤੁਸੀਂ ਐਂਟਰਪ੍ਰੈਨਿਓਰ ਹੋ, ਆਪਣੀ ਕੰਸਟਰਕਸ਼ਨ ਕੰਪਨੀ ਨੂੰ ਰਨ ਕਰ ਰਹੇ ਹੋ, ਜੈਜ਼ਮ ਨੂੰ। ਹਾਂਜੀ, ਜੌਬ ਵਧੀਆ ਜਾਂ ਐਂਟਰਪ੍ਰੈਨਿਓਰਸ਼ਿਪ? ਦੋਵੇਂ ਵਧੀਆ ਨੇ ਭਾਈ ਸਾਹਿਬ। they're both very good. It all depends what you like to do. The world has become flat. It's not like what it used to be. चाहे कुछ कही जान, we are very interdependent एक दूजे ਦੇ ਉੱਤੇ। ਹਾਂਜੀ, ਪੁਰਾਣੇ ਦਿਨਾਂ 'ਚ ਤਾਂ ਐਗਰੇਰੀਅਨ ਸੁਸਾਇਟੀ ਸੀ, ਲੋਕੀ ਖੇਤ ਵਾਹੁੰਦੇ ਸੀ ਅਤੇ ਆਪਣਾ ਗੁਜ਼ਾਰਾ ਕਰਦੇ ਸੀ। Things have changed now. If a technological ਜਿਹੜੀ ਚੇਂਜ ਆਈ ਹੈ ਉਹਦੇ ਨਾਲ ਸਾਨੂੰ ਇੱਕ ਦੂਜੇ 'ਤੇ ਬਹੁਤ ਡਿਪੈਂਡ ਕਰਨਾ ਪੈਂਦਾ ਅਤੇ ਇਸ ਕਰਕੇ ਜਿਹੜੇ ਮੇਰਾ ਬੇਟਾ ਹੈ ਮੈਨੂੰ ਬੜਾ ਕੋਸ਼ਿਸ਼ ਕਿਹਾ ਬੇਟਾ ਤੂੰ ਮੇਰੇ ਨਾਲ ਲੱਗ ਜਾ, join my business. He had no interest. He wanted to become a doctor and serve people. ਜੀ, ਤੇ ਡਾਕਟਰ ਚਾਹੇ ਕੁਛ ਵੀ ਹੈ, ਸੈਲਰੀ ਚਾਹੇ ਕਿੰਨੀ ਵੀ ਹੋਏ, ਇਫ ਨਥਿੰਗ ਲਾਈਕ ਵਟ ਯੂ ਕੈਨ ਮੇਕ ਇਨ ਏ ਬਿਜ਼ਨਸ। ਬਿਲਕੁਲ। ਇਫ ਜੇ ਤੁਹਾਡਾ ਗੋਲ ਸਿਰਫ ਪੈਸੇ ਹੀ ਬਣਾਉਣਾ ਹੈ, ਕਿਉਂਕਿ ਬਿਜ਼ਨਸ ਵਿੱਚ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ, ਉਹੀ ਕਹਾਵਤ ਹੈ ਜੀ। ਲੇਕਿਨ ਜੌਬ ਵਿੱਚ ਤੁਸੀਂ ਜਿਹੜੀ ਤੁਹਾਡੀ ਇਨਕਮ ਹੈਗੀ ਹੈ ਉਹ ਸਾਲ ਦਰ ਸਾਲ ਹੀ ਵੱਧਦੀ ਹੈ। 10, 20%, 25%, 30% ਉਹ ਜੋ ਵੀ ਤੁਹਾਨੂੰ ਇੱਕ ਪੇ ਸਕੇਲ ਜਿਹੜਾ ਵਧੇਗਾ। ਰਾਈਟ। ਪਰ ਆਲਸੋ ਯੂ ਔਟ ਟੂ ਉਹੀ ਕੰਮ ਕਰੋ ਜਿਹੜਾ ਤੁਹਾਡੇ ਦਿਲ ਨੂੰ ਭਾਉਂਦਾ, ਦੈਟ ਯੂ ਲਾਈਕ ਡੂਇੰਗ ਦੈਟ। ਰਾਈਟ। ਲਾਈਕ ਮਾਈ ਸਨ ਵਾਂਟਡ ਟੂ ਬੀ ਅ ਡਾਕਟਰ and help. Money had no meaning for him. As long as you have enough money to support himself and his family, he's happy with that. Whereas also in the job too, the way things have changed, people who have gone into the tech field or banking field, they have really passed beyond any expectation that you have few years ago financially. Especially ਪਹਿਲਾਂ ਜਿਹੜੇ PhD students ਸੀ ਹੁੰਦੇ ਸੀ ਇੱਥੋਂ ਦੇ ਮੈਥ ਵਗੈਰਾ ਦੇ, ਜਿਵੇਂ ਮੇਰਾ ਇੱਕ ਜਮਾਤੀ ਲੱਗਿਆ ਹੋਇਆ ਮੈਥ ਦਾ ਪ੍ਰੋਫੈਸਰ, ਉਹ 190,000 ਦੀ ਸੈਲਰੀ ਹੈ ਆਫਟਰ ਸੋ ਮੈਨੀ ਈਅਰਸ। ਜਿਹੜੇ ਹੁਣ ਨਵੇਂ ਮੈਥ ਦੇ PhDs ਆ ਰਹੇ ਨੇ, ਕੰਪਨੀਜ਼ ਆ ਹਾਇਰਿੰਗ ਦੈਮ ਲੈਫਟ ਐਂਡ ਰਾਈਟ, and ਉਹਨਾਂ ਦੀ ਜੀ ਤਨਖਾਹ ਮਿਲੀਅਨਸ ਦੇ ਵਿੱਚ ਹੈਗੀ ਹੈ। That's how things have changed, the way technology is changing. Yeah, so one of my friends, Jamati, who is in finance, his bonus was $13 million a few years back. Wow, okay. Whereas a doctor you make $5-6 lakh. Yeah, bilkul. They are both at the same level intellectually, but my son wanted to become a doctor to serve the community, and he followed his heart to work in the financial sector. ਬਿਲਕੁਲ, ਹਰ ਕੋਈ ਆਪਣੀ ਇੱਕ ਸੋਚੀ ਨਾਲ ਜੋ ਉਹਨੂੰ ਸਹੀ ਲੱਗਦਾ ਉਹ ਅੱਗੇ ਵੱਧਦਾ, ਉਸ ਤਰ੍ਹਾਂ ਅੱਗੇ ਵੱਧਦਾ। ਬਿਲਕੁਲ ਸਹੀ ਕਿਹਾ। ਪਰ ਬਹੁਤ ਸਾਰੇ ਬੱਚੇ ਨੇ ਜਿਹੜੇ ਅਮਰੀਕਾ ਆਉਂਦੇ ਨੇ, ਉਹਨਾਂ ਨੂੰ ਡਾਲਰ ਦੀ ਜਿਹੜੀ ਚਮਕ ਹੈ ਨਾ ਉਹ ਆਪਣੇ ਵੱਲ ਜ਼ਰੂਰ ਖਿੱਚਦੀ ਹੈ, ਕਿਉਂਕਿ ਉਹਨਾਂ ਦੇ ਕੋਈ ਰਿਸ਼ਤੇਦਾਰ, ਉਹਨਾਂ ਦੇ ਦੋਸਤ, ਜਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਚੱਲਣ ਬਹੁਤ ਜ਼ਿਆਦਾ, ਸੋਸ਼ਲ ਮੀਡੀਆ ਦੇ ਜ਼ਰੀਏ ਵੀ ਦੇਖਦੇ ਨੇ ਕਿ ਉੱਥੇ ਜਾਵਾਂਗੇ ਲੰਬੀਆਂ ਵੱਡੀਆਂ ਗੱਡੀਆਂ ਨੇ, ਵੱਡੇ ਘਰ ਨੇ। ਪਰ ਕੀ ਵਾਕਈ ਇੱਥੇ ਜੋ ਸਮਝਦੇ ਨੇ ਕਿ ਡਾਲਰ ਜਿਹੜੇ ਪੇੜਾਂ 'ਤੇ ਲੱਗੇ ਹੋਏ ਨੇ ਜਾ ਕੇ ਤੋੜ ਲਾਂਗੇ, ਕੀ ਵਾਕਈ ਆਸਾਨ ਹੈ? ਨਹੀਂ, ਇੱਥੇ ਬਲਕਿ ਔਖਾ, ਕਾਫੀ ਔਖਾ। ਇਫ ਨੋਟ ਦੈਟ ਇਸ ਕੰਟਰੀ 'ਚ ਜੇ ਤੁਸੀਂ ਆਓ, ਮੇਰੀ ਇਹੀ ਸਲਾਹ ਹੈ,
honesty is the first thing, and working hard. If you keep these two principles, you will succeed here. पर जे से आवरली जॉब करनी है ना, जो थोड़े को एजुकेशन नहीं है, पढ़े लिखे नहीं है, then फिर आई चलाई है कि you cannot really be wealthy unless ਤੁਸੀਂ ਬਿਜ਼ਨਸ ਦੇ ਵਿੱਚ ਪੈ ਜਾਓ। ਜਿਵੇਂ ਇੱਥੇ ਹੁਣ ਯੰਗ ਮੁੰਡੇ ਆਏ ਹੋਏ ਨੇ, ਉਹਨਾਂ ਨੇ lot of them have opened gas stations ਵਗੈਰਾ, they are doing very well. but ਤੇ then ਜਿਵੇਂ ਆਪਣੀ ਪਟੇਲ ਕਮਿਊਨਿਟੀ ਹੈ, they want into the hotels, they are doing very well. ਉਹਦੇ 'ਚ ਪੈਸਾ ਬਹੁਤ ਹੈ ਬਿਜ਼ਨਸ ਦੇ ਵਿੱਚ। ਪਰ ਜੇ ਕਿਸੇ ਨੇ ਜਿਹੜਾ ਬੰਦਾ ਇੰਨਾ ਐਜੂਕੇਟਡ ਨਹੀਂ ਹੈ, ਜੋਬ ਕਰਕੇ ਗੁਜ਼ਾਰਾ ਕਰਨਾ, ਉਹਨਾਂ ਲਈ ਔਖਾ। ਹੁਣ ਤਾਂ ਇੰਡੀਆ 'ਚ ਵੀ ਬੜੇ ਚਾਂਸ ਨੇ ਪੈਸੇ ਬਣਾਉਣ ਦੇ। ਜਦੋਂ ਮੈਂ ਆਇਆ ਸੀ ਉਹਦੇ ਮੁਕਾਬਲੇ 'ਚ ਹੁਣ ਤੱਕ it's day and night difference. There are not too much difference between America and India financially speaking. But quality of life ਜਿਹੜੀ ਹੈ ਇੱਥੇ ਬਹੁਤ ਸੋਹਣੀ ਹੈ। ਅਮਰੀਕਾ ਦੇ ਵਿੱਚ ਕੋਈ ਕਿਸੇ nobody bothers you. It's a beautiful air to breathe, beautiful water, ਤੇ ਜਿਹੜਾ ਥੋੜਾ ਆਲਾ ਦੁਆਲਾ ਸੋਹਣਾ, ਗੰਦਗੀ ਬਿਲਕੁਲ ਨਹੀਂ ਹੈ। ਤੇ ਉਸ ਪੱਖੋਂ it's a heaven on earth, that's what I say. ਬਿਲਕੁਲ ਬਿਲਕੁਲ। ਪਰ ਉਹ ਵੀ ਬੱਚੇ ਨੇ ਜਿਹੜੇ ਡੰਕੀ ਲਗਾ ਕੇ ਇੱਥੇ ਪਹੁੰਚਦੇ ਨੇ, ਬਾਰਡਰ ਕ੍ਰਾਸ ਕਰਕੇ ਇੱਥੇ ਆਉਂਦੇ ਨੇ, ਕਿਉਂਕਿ ਵੀਜ਼ਾ ਨਹੀਂ ਲੱਗਦੇ, ਪਰ ਦਿਲ 'ਚ ਇੱਕ ਚਾਹ ਹੈਗੀ ਹੈ ਕਿ ਮੈਂ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਕਿਤੇ ਨਾ ਕਿਤੇ ਜਾਣਾ ਹੈ, ਕਿਉਂਕਿ ਜਿਹੜਾ ਮੇਰਾ ਭਵਿੱਖ ਹੈ ਉਹ ਵਧੀਆ ਬਾਹਰ ਹੀ ਹੈ। ਕੀ ਡੰਕੀ ਲਗਾਉਣਾ ਸਹੀ ਹੈ ਕਿ ਬਾਰਡਰ ਐਵੇਂ ਕ੍ਰਾਸ ਕਰਨੇ ਸਹੀ ਹੈ? ਬਿਲਕੁਲ ਗਲਤ ਹੈ। I will not advise anybody to come through that source, क्योंकि first of all it's very dangerous. You have no idea the conditions ਜਿਹੜੀ ਹੈਗੀਆਂ, ਤੁਸੀਂ ਜਾਣਦੇ ਹੋ। I don't need to tell you ਕਿ what they have to go through. ਕਈ ਵਾਰ 6 ਮਹੀਨੇ ਲੱਗ ਜਾਂਦੇ ਉਹਨਾਂ ਨੂੰ ਇੱਥੇ ਪਹੁੰਚਣ ਲਈ। ਬਿਲਕੁਲ। ਤੇ ਇੱਥੇ ਆ ਕੇ ਵੀ ਤੇ during Biden's time ਉਦੋਂ ਬੜਾ ਸੌਖਾ ਸੀ ਆਉਣਾ, that was government's policy. ਤੇ ਹੁਣ ਤੇ I would not advise anybody to take a chance. ਜਿਹੜੇ ਤੁਸੀਂ 55 ਲੱਖ ਜਿੰਨੇ ਵੀ ਦੇ ਕੇ ਤੁਸੀਂ ਆਏ ਹੋ, ਉੱਥੇ ਕੁਝ ਬਿਜ਼ਨਸ ਕਰ ਲਓ, because India market is huge. It's tremendous market there. ਕੋਈ ਵੀ ਕੰਮ ਸ਼ੁਰੂ ਕਰ ਲਓ, you can make lot more money there than here. ਤੇ ਹਾਂ, ਜੇ ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਕੋਲ ਚੰਗੀ ਇੰਜੀਨੀਅਰਿੰਗ ਦੀ ਡਿਗਰੀ ਹੈ, ਡਾਕਟਰੀ ਦੀ ਡਿਗਰੀ ਹੈ, ਬਿਜ਼ਨਸ ਦੀ ਡਿਗਰੀ ਹੈ, then yes, you come and you'll get a very good job and make very good living. ਬਿਲਕੁਲ ਠੀਕ ਹੈ, ਤੁਸੀਂ ਗੱਲ ਕਹੀ ਹੈ, ਕਿਉਂਕਿ ਕਿਤੇ ਨਾ ਕਿਤੇ ਮਿਹਨਤ ਬਹੁਤ ਜ਼ਰੂਰੀ ਹੈ। ਔਰ ਜਦੋਂ ਤੁਸੀਂ ਪੜ੍ਹਾਈ ਲਿਖਾਈ ਕਰਦੇ ਹੋ ਤਾਂ ਤੁਹਾਡੇ ਹੱਥ ਵਿੱਚ ਹੀ ਇੱਕ ਕਲਾ ਹੁੰਦੀ ਹੈ, ਤੁਹਾਡੇ ਹੱਥ ਵਿੱਚ ਇੱਕ ਸਭ ਤੋਂ ਜ਼ਿਆਦਾ ਉਮੀਦ ਹੈਗੀ ਹੈ ਕਿ ਤੁਹਾਨੂੰ ਕੋਈ ਨਾ ਕੋਈ ਚੰਗੀ ਜੌਬ ਮਿਲੇਗੀ, ਔਰ ਤੁਹਾਨੂੰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਇਲੀਗਲੀ ਆਉਣ ਦੀ ਇੱਥੇ ਲੋੜ ਹੀ ਨਹੀਂ ਹੈਗੀ ਹੈ। ਬਿਲਕੁਲ ਤੁਸੀਂ ਸਹੀ ਕਿਹਾ। ਪਰ ਨਾਲ ਹੀ ਨਾ ਇੱਕ ਗੱਲ ਇੱਥੇ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ ਸਿੱਖ ਹੈਰੀਟੇਜ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਇੱਥੇ ਟਰਸਟੀ ਵੀ ਹੈਗੇ ਹੋ। ਸ਼ੈਲੇ ਵਿੱਚ ਆਪਣਾ ਤਰ੍ਹਾਂ ਦਾ ਇੱਕ ਪਹਿਲਾ ਗੁਰਦੁਆਰਾ ਸਾਹਿਬ ਸੀਗਾ। ਹਾਂਜੀ। ਕਿਸ ਤਰ੍ਹਾਂ ਸੋਚਿਆ ਕਿ ਅੱਜ ਇੱਥੇ ਗੁਰਦੁਆਰਾ ਸਾਹਿਬ ਦੀ ਵਾਕਈ ਜ਼ਰੂਰਤ ਹੈਗੀ ਹੈ, ਤੇ ਕੀ ਲੋਕਾਂ ਨੇ ਸਪੋਰਟ ਕੀਤੀ ਆ ਕੇ ਗੁਰਦੁਆਰਾ ਸਾਹਿਬ ਦੇ ਲਈ, ਜਾਂ ਤੁਸੀਂ ਸਿਰਫ ਇਕੱਲਾ ਹਮਲਾ ਮਾਰਿਆ? ਇਹ ਜਿਹੜਾ ਸ਼ਾਰਲਟ ਏਰੀਆ ਲੋਕੀ ਸਕੈਟਰ ਹੋਏ ਨੇ, ਬਾਕੀ ਜਿਵੇਂ ਵੱਡੇ ਸ਼ਹਿਰਾਂ 'ਚ ਤਾਂ ਲੋਟ ਆਫ ਇੰਡੀਅਨ ਪੀਪਲ ਲਿਵ ਇਨ ਵਨ ਏਰੀਆ ਜੀ, ਇੱਥੇ ਉਹ ਨਹੀਂ ਹੈ। ਤੇ ਵੀ been talking for a long time ਕਿ ਆਪਣਾ ਸੈਂਟਰ ਕੋਈ ਬਣਾਏ ਜਿੱਥੇ ਕਿ ਸਾਰੀ ਕਮਿਊਨਿਟੀ ਇਕੱਠੀ ਹੋ ਸਕੇ। ਤੇ ਪਰ ਬੰਦੇ ਬੜੇ ਥੋੜ੍ਹੇ ਸੀ, ਤੇ ਕਹਿੰਦੇ ਸੀ ਪੈਸੇ ਇਕੱਠੇ ਕਰੋ, ਤੇ ਬੜੀ ਮਿਹਨਤ ਕੀਤੀ, ਪੈਸੇ ਬਹੁਤੇ ਇਕੱਠੇ ਨਹੀਂ ਹੋਏ। ਤੇ then I suggested, since I'm in this business, ਕਿ ਆਪਾਂ ਲੋਨ ਲੈ ਕੇ ਬੈਂਕ ਤੋਂ ਬਣਾ ਲਈਏ ਤਦੇ ਚੱਲੂਗਾ, otherwise we'll wait for rest of our life to collect the money. ਤੇ that's what we did. ਤੇ ਮੈਂ ਤੇ ਅਸੀਂ 5 ਬੰਦੇ ਕਮਿਊਨਿਟੀ ਦੇ ਇਕੱਠੇ ਹੋ ਕੇ we co-signed the loan and we built our ਗੁਰਦੁਆਰਾ ਸਾਹਿਬ here ਸ਼ਾਰਲਟ ਦੇ ਵਿੱਚ। I hired a local architect ਸ਼ਾਰਲਟ ਦਾ, who very well known. ਤੇ ਮੇਰੀ ਉਹਨੂੰ ਇਹੀ ਗੱਲ ਸੀਗੀ, ਐਂਡ ਹੀ ਐਡਵਾਈਜ਼ ਵੀ ਟੂ, ਉਹਨੇ ਸਿੱਖੀ ਬਾਰੇ ਰਿਸਰਚ ਕੀਤੀ,
ਤੇ ਦੈਨ ਕਮ ਟੂ ਰੀਅਲਾਈਜ਼ ਸਾਡਾ ਆਪਣਾ ਜਿਹੜਾ ਆਰਕੀਟੈਕਚਰ ਹੈ ਗੁਰੂ ਘਰਾਂ ਦਾ, ਇਹ ਸਾਡਾ ਆਪਣਾ ਨਹੀਂ ਹੈ। ਅਸੀਂ ਕੁਝ ਕਿਤੋਂ ਬੋਰੋ ਕਰ ਲਿਆ, ਕਿਤੋਂ ਬੋਰੋ ਕਰ ਲਿਆ, ਕੁਝ ਮੁਸਲਿਮ ਆਰਕੀਟੈਕਟ ਹੈ, ਕੁਝ ਆਪਣਾ ਇੰਡੀਅਨ ਹੈਗਾ, ਤੇ ਸਾਡੇ ਤੇ ਰੋਕ ਕੋਈ ਨਹੀਂ, ਜਿਸ ਤਰ੍ਹਾਂ ਮਰਜ਼ੀ ਬਣਾ ਦਿਓ ਜੀ ਜੀ। ਤੇ ਉਹਦੇ 'ਚ ਹੀ brought a very good point ਕਿ ਇਹੋ ਜਿਹਾ ਬਣਾਓ ਕਿ ਜਿਹੜੇ ਕੰਟਰੀ 'ਚ ਤੁਸੀਂ ਰਹਿੰਦੇ ਹੋ ਨਾ, ਉੱਥੋਂ ਦਾ ਜਿਹੜਾ ਆਲਾ ਦੁਆਲਾ ਇਨਵਾਇਰਮੈਂਟ ਹੈ, ਉਹ ਬਿਲਡਿੰਗ ਉੱਤੇ ਫਿੱਟ ਹੋਵੇ। ਇਟ ਡੋਨਟ ਸਟੈਂਡ ਆਊਟ ਲਾਈਕ ਏ ਸੋਰ ਥੰਬ। ਹੁਣ ਜਿਹੜੇ ਗੁੰਬਦ ਵਗੈਰਾ ਲਾਏ ਹੋਏ, ਨਥਿੰਗ ਰੋਂਗ ਵਿਦ ਗੁੰਬਦ, you know, but people have a different feeling when they look at them. Sometimes they think that it's a probably mosque because what happened in the past with the difficulties America and this country had to face because of those things. ਬਿਲਕੁਲ। ਪਰ ਕਿਤੇ ਨਾ ਕਿਤੇ ਜਦੋਂ ਕੋਈ ਨਵੀਂ ਸੰਸਥਾ ਸ਼ੁਰੂ ਹੁੰਦੀ ਹੈ, ਨਵਾਂ ਗੁਰਦੁਆਰਾ ਸਾਹਿਬ ਸ਼ੁਰੂ ਹੁੰਦਾ ਹੈ, ਲੋਕੀ ਸਾਥ ਘੱਟ ਦਿੰਦੇ ਨੇ, ਪਰ ਜਦੋਂ ਗੁਰਦੁਆਰਾ ਸਾਹਿਬ ਚੱਲ ਜਾਂਦਾ ਹੈ, ਸੁਸਾਇਟੀ ਇੱਕ ਨਾਮ ਰਸੂਖ ਵਰਡ ਵਾਲੀ ਬਣ ਜਾਂਦੀ ਹੈ, ਤਾਂ ਉਹਦੇ 'ਚ ਪੋਲੀਟਿਕਸ ਦੀ ਬਦਬੂ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ ਹਾਂਜੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਦੋਂ ਅਸੀਂ ਸ਼ੁਰੂ ਕੀਤਾ ਸੀਗਾ, 2-4 ਬੰਦੇ ਨੇ ਇਕੱਠੇ ਹੋ ਕੇ ਇਹ ਗੁਰਦੁਆਰਾ ਸਾਹਿਬ ਬਣ ਗਿਆ, ਬੜਾ ਸੋਹਣਾ ਬਣ ਗਿਆ। ਜਦੋਂ ਖੁੱਲ੍ਹ ਗਿਆ, ਲੋਕ ਬੜੇ ਖੁਸ਼ ਹੋਏ। ਅਤੇ ਜਦੋਂ ਅਸੀਂ ਫਿਰ ਦਾ ਕੰਸਟੀਟਿਊਸ਼ਨ ਬਣਾਇਆ ਗੁਰਦੁਆਰਾ ਸਾਹਿਬ ਦਾ, ਅਸੀਂ ਕਿਹਾ ਕਿ ਇੱਥੇ ਦੇਰ ਸ਼ੁੱਡ ਬੀ ਨੋ ਇਲੈਕਸ਼ਨ, ਐਵਰੀਬਾਡੀ ਇਜ਼ ਸੇਵਾਦਾਰ, ਕੋਈ ਕਿਸੇ ਦਾ ਟਾਈਟਲ ਕੋਈ ਨਹੀਂ ਹੈ ਜੀ। ਅਤੇ ਤੁਸੀਂ ਭਾਈ ਜਿਹੜੇ ਕੰਮ 'ਚ ਤੁਹਾਡੀ ਮਹਾਰਤ ਹੈਗੀ, ਤੁਸੀਂ ਉਹ ਕਰੋ ਜੀ। ਮੈਨੂੰ ਕੰਸਟਰਕਸ਼ਨ ਆਉਂਦੀ ਹੈ ਅਤੇ ਮੈਂ ਤਾਂ ਦੇਖਭਾਲ ਦਾ ਕੰਮ ਕਰਦਾ, ਗੁਰਦੁਆਰਾ ਦਾ ਪ੍ਰੋਪਰਟੀ, ਪਲਾਂਟ ਐਂਡ ਇਕੁਇਪਮੈਂਟ, so I make sure everything is working properly. ਜੀ। ਤੇ ਕੁਝ ਲੋਕ ਬੜੇ ਚੰਗੇ ਬੁਲਾ ਰਹੇ ਨੇ, you know they come and ਸੰਗਤ ਨੂੰ ਸੰਬੋਧਨ ਕਰਦੇ ਨੇ। ਤੇ ਸਿਮਿਲਰਲੀ ਐਕਸ CEO ਆਫ ਬੀ ਕਾਰਪੋਰੇਸ਼ਨ ਹੁਣ ਸਾਡੇ ਖਜ਼ਾਨਚੀ ਬਣੇ ਨੇ, ਮਿਸਟਰ ਸਚਦੇਵ ਜੀ, ਤੇ ਉਹਨਾਂ ਨੇ ਇਹ ਸੇਵਾ ਨਿਭਾਈ। ਇੱਦਾਂ ਕਰਕੇ ਹੁਣ ਇੱਥੇ ਬੜੀ ਸੋਹਣੀ ਸੰਗਤ ਇਕੱਠੀ ਹੁੰਦੀ ਹੈ। ਪੋਲੀਟਿਕਸ ਨਹੀਂ ਹੈ ਇੱਥੇ, ਜਿਸ ਤਰ੍ਹਾਂ ਬਾਕੀ ਗੁਰਦੁਆਰੇ ਤੁਸੀਂ ਦੇਖ ਰਹੇ ਲੜਾਈਆਂ ਵਗੈਰਾ। ਵੀ ਹੈਵ ਨਨ ਆਫ ਦੈਟ ਐਟ ਆਲ। ਐਵਰੀਬਾਡੀ ਟਾਕ ਟੂ ਈਚ ਅਦਰ ਵਿਦ ਗ੍ਰੇਟ ਰਿਸਪੈਕਟ। ਪੀਪਲ ਫੀਲ ਗੁੱਡ ਵੈਨ ਦੇ ਕਮ ਟੂ ਗੁਰਦੁਆਰਾ। ਗੁਰਦੁਆਰਾ ਇੱਕ ਗੁਰੂ ਦਾ ਘਰ ਤੇ ਹੈ, ਜਿੱਥੇ ਅਸੀਂ ਵੇਅਰ ਵੀ ਡਿਸਪੈਂਸ ਨਾਮ ਵਿਜ਼ਡਮ। ਇਟਸ ਆਲਸੋ ਏ ਸੋਸ਼ਲ ਗੈਦਰਿੰਗ ਪਲੇਸ, ਜਿੱਥੇ ਲੋਕ ਇੱਕ ਦੂਜੇ ਨਾਲ ਆ ਕੇ ਮਿਲਦੇ ਨੇ। ਹਾਂਜੀ। ਜੇ ਇੱਥੇ ਨਾ ਹੋਵੇ, ਅਸੀਂ ਲੋਕਾਂ ਨੂੰ ਜਾਣਦੇ ਹੀ ਨਹੀਂ। ਬਿਲਕੁਲ। ਇੱਥੇ ਇੱਕ ਕੌੜਾ ਸਵਾਲ ਵੀ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ, ਕਿਉਂਕਿ ਤੁਸੀਂ ਅਮਰੀਕਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਅਮਰੀਕਾ ਦੀ ਪੋਲੀਟਿਕਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਸਾਡੇ ਪੰਜਾਬੀਆਂ ਨੇ ਹਰ ਥਾਂ ਮੱਲਾਂ ਮਾਰੀਆਂ ਨੇ। ਅੱਜ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਵੀ ਜਿਹੜੇ ਨੇ, ਉਹ ਸਾਡੇ ਸਰਦਾਰ ਜੀ ਨੇ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਮੇਨ ਸਟ੍ਰੀਮ ਪੋਲੀਟਿਕਸ ਦੀ ਗੱਲ ਕਰਦੇ ਹਾਂ, ਕੈਪੀਟਲ ਹਿੱਲ ਦੇਖਦੇ ਹਾਂ, ਸੈਨੇਟ ਦੇਖਦੇ ਹਾਂ, ਤਾਂ ਉਹ ਖਾਲੀ ਹੈ। ਹਾਲੇ ਵੀ ਕੋਈ ਸਿੱਖ ਭਰਾ ਸਾਡਾ ਉੱਥੇ ਤੱਕ ਨਹੀਂ ਪਹੁੰਚ ਪਾਇਆ, ਸਿੱਖ ਭੈਣ ਸਾਡੀ ਨਹੀਂ ਪਹੁੰਚ ਪਾਈ। ਛੋਟੀਆਂ ਪੋਜੀਸ਼ਨ ਤੇ ਜ਼ਰੂਰ ਹੈਗੇ ਨੇ, ਕਾਉਂਸਲਰ ਹੈਗੇ ਨੇ, ਸੁਪਰਵਾਈਜ਼ਰ ਹੈਗੇ ਨੇ, ਮੇਅਰ ਹੈਗੇ ਨੇ, ਪਰ ਕੋਈ ਵੱਡੀ ਪਹੁੰਚ ਤੇ ਨਹੀਂ ਪਹੁੰਚ ਪਾਇਆ, ਵੱਡੀ ਸੀਟ ਤੇ। ਇਹਦਾ ਤੁਸੀਂ ਮੇਨ ਕਾਰਨ ਕੀ ਮੰਨਦੇ ਹੋ? ਇੱਕ ਤਾਂ ਸਾਡੀ ਜਿਹੜੀ ਪਾਪੂਲੇਸ਼ਨ ਇੱਥੇ ਬਹੁਤ ਘੱਟ ਹੈ ਜੀ। ਜੇ ਤੁਸੀਂ ਇੱਥੋਂ ਨੂੰ ਕੰਪੇਅਰ ਕਰੋ ਕੈਨੇਡਾ ਦੇ ਨਾਲ, ਜੀ, ਦੇਰ ਇਜ਼ ਨੋ ਕੰਪੈਰੀਜ਼ਨ। ਹਾਂਜੀ। ਕਿਉਂਕਿ ਉੱਥੇ ਸਿੱਖਾਂ ਦੀ ਪਾਪੂਲੇਸ਼ਨ ਇਜ਼ ਲੋਟ ਲਾਰਜਰ percentage wise. ਉਹਦੇ 30 ਮਿਲੀਅਨ ਲੋਕ ਹੋਣਗੇ, and 6 are in a great country. ਤੇ this is a very big country. ਜੀ। ਤੇ ਅਸੀਂ ਫਿਰ ਰਹੇ ਹੋਏ ਹਾਂ, ਤੇ ਕਦੇ somebody comes up to the top, and they have been pretty successful too. ਇਹ ਤਾਂ ਨਹੀਂ ਹੈ, but it could take a long time for the second generation, the third generation to come into politics. Again, it's basically how big a community you have. ਜੀ। ਤੇ ਉਸ 'ਤੇ ਡਿਪੈਂਡ ਕਰਦਾ। ਤੇ also not only community, ਤੇ what you have to offer. ਜਿਵੇਂ ਸਾਡੀ ਨਿੱਕੀ ਹੇਲੀ ਸਾਊਥ ਕੈਰੋਲਾਈਨਾ ਤੋਂ। ਜੀ। ਇਸ ਕੰਟਰੀ ਦੀ ਇਹ ਬਿਊਟੀ ਹੈ, ਸਾਊਥ ਕੈਰੋਲਾਈਨਾ ਇਜ਼ ਵੈਰੀ ਰੇਸਿਸਟ, ਪਛੜੀ ਹੋਈ ਸਟੇਟ। ਜੀ।
and she was grown in a very racist town called Bloomberg. जी ਉੱਥੋਂ ਲੜੀ ਉਹ there was absolutely nobody even think ਕਿ ਜਿੱਤ ਜੂਗੀ. She defeated a old southern man who been in the legislature for a long time. She defeated him. People voted for her. क्योंकि लोगों की सियाणप देखो, in spite of all everything was against him race-wise, but she won the election and she became a governor बिल्कुल of South Carolina. राइट And the politics, right now she's not up, but give her time. She'll be president one day. Wait and see. क्या बात है, ਬਿਲਕੁਲ ਅਸੀਂ ਵੀ ਉਸ ਦਿਨ ਦਾ ਇੰਤਜ਼ਾਰ ਕਰਾਂਗੇ. ਬਿਲਕੁਲ ਪਰ ਦੂਜੇ ਪਾਸੇ ਇਹ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਪੋਲਿਟਿਕਸ ਲੋਕੀ ਕਹਿੰਦੇ ਨੇ ਕਿ ਅਸੀਂ ਅੱਗੇ ਆਉਣਾ ਚਾਹੁੰਦੇ ਹਾਂ. ਪੰਜਾਬੀਆਂ ਸਾਡੀ ਯੂਥ ਨਾਲ ਜਦੋਂ ਗੱਲ ਹੁੰਦੀ ਹੈ, ਨੌਜਵਾਨਾਂ ਦਾ ਹਮੇਸ਼ਾ ਕਹਿਣਾ ਕਿ ਅਸੀਂ ਅੱਗੇ ਆਉਣਾ ਚਾਹੁੰਦੇ ਹਾਂ, ਕੁਝ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਆਪਣੀ ਸਪੋਰਟ ਨਹੀਂ ਕਰਦੇ. ਕੀ ਇਹਦੇ ਵਿੱਚ ਸੱਚਾਈ ਹੈ? ਆਪਣੇ I'm not sure about Canada. ਇੱਥੇ ਤਾਂ we always support our people. ਚਾਹੇ ਜੇ ਇੰਡੀਅਨ ਹੈ ਨਾ, we give them full support. ਜੀ ਜਦੋਂ ਵੀ ਕਿਤੇ ਖੜੇ ਹੁੰਦੇ ਨੇ ਨਾ, ਤੇ if I get a phone call from some other state, ਮੈਂ ਇੰਡੀਅਨ ਹੈ, ਮੈਂ ਖੜਾ ਹੋ ਰਿਹਾ ਉਹਦੇ ਲਈ, we always. ਤਾਂ ਕੀ ਪੰਜਾਬੀ ਨੂੰ ਸਪੋਰਟ ਕਰਦਾ ਹੈ? ਇੰਡੀਅਨ ਤਾਂ ਸਪੋਰਟ ਕਰਦਾ ਹੈ, ਲੇਕਿਨ ਕੀ ਪੰਜਾਬੀ ਨੂੰ ਕਰਦੇ ਨੇ? ਇਹ ਗੱਲ ਇਹ ਹੈ, we always supported. ਨਿੱਕੀ ਹੇਲੀ ਪ੍ਰਾਈਮ ਐਗਜ਼ਾਮਪਲ, ਸਾਰੇ ਪੰਜਾਬੀ was after her. ਚਾਹੇ money wise, most of the money that she got came from Americans. ਜੀ ਹਾਂਜੀ, but we were all behind her, you know. We do support. ਤੇ ਇੱਥੇ special, ਮੈਂ ਤਾਂ I can only speak about Charlotte. ਇੱਥੇ ਉੱਦਾਂ ਦੀ ਪੋਲਿਟਿਕਸ ਬਿਲਕੁਲ ਨਹੀਂ ਹੈ ਜਿਵੇਂ ਜੀ ਤੁਸੀਂ ਗੱਲ ਕਰ ਰਹੇ ਹੋ. ਪਰ ਹੋਰਨਾਂ ਕਮਿਊਨਿਟੀਜ਼ ਵਿੱਚ ਦੇਖਿਆ ਜਾਂਦਾ ਹੈ ਕਿ ਕੋਈ ਕਿਸੇ ਨੇ ਅਗਰ ਨਵਾਂ ਕੰਮ ਸ਼ੁਰੂ ਕੀਤਾ ਜਾਂ ਕੋਈ ਨਵਾਂ ਪੋਲਿਟਿਕਸ ਵਿੱਚ ਆਉਣਾ ਚਾਹ ਰਿਹਾ, ਕਿਸੇ ਹੋਰ ਫੀਲਡ ਵਿੱਚ ਆਉਣਾ ਚਾਹ ਰਿਹਾ, ਤਾਂ ਜ਼ਰੂਰ ਹੋਰਨਾਂ ਕਮਿਊਨਿਟੀਜ਼ ਆਪਣੇ ਬੰਦੇ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੀਆਂ ਨੇ. ਪਰ ਸਿੱਖ ਬੱਚੇ ਹਮੇਸ਼ਾ ਹੀ ਕਹਿੰਦੇ ਦਿਖਾਈ ਦਿੰਦੇ ਨੇ ਕਿ ਸਾਡੀਆਂ ਟੰਗਾਂ ਖਿੱਚਦੇ ਨੇ. ਮੇਰਾ ਐਕਸਪੀਰੀਅੰਸ ਇਹ ਤਾਂ ਬਿਲਕੁਲ ਡਿਫਰੈਂਟ ਹੈਗਾ. ਐਜ਼ ਵੀ ਹੈਵ ਅ ਵੈਰੀ ਸੌਫਟ ਕਾਰਨਰ ਫॉर ਆਵਰ ਕਮਿਊਨਿਟੀ. ਜੀ ਕੋਈ ਵੀ ਬੰਦਾ ਪੱਗ ਵਾਲਾ ਹੋਵੇ ਜਾਂ ਪੰਜਾਬੀ ਹੋਵੇ ਜਾਂ ਕੁਛ ਹੋਵੇ, ਵੀ ਆਲਵੇਜ਼ ਸਪੋਰਟ ਦਾ ਫੁੱਲ ਹਾਰਟedly. ਜੇ ਅਸੀਂ ਉਹਨਾਂ ਦੇ ਨਾਲ ਸਹਿਮਤ ਨਾ ਵੀ ਹੋਈਏ, ਉਹਨਾਂ ਦੀ ਸੋਚਣੀ ਉਹਦੇ ਨਾਲ, still we will support them. ਇੱਥੇ ਤਾਂ ਇਹ ਹਾਲ ਹੈ. ਅਤੇ ਬਾਕੀ I cannot speak for other places ਜਿੱਥੇ ਕਿ community is divided into ਥੋੜ੍ਹੇ groups ਦੇ ਵਿੱਚ. ਇੱਥੇ ਅਜੇ ਹੈ ਇਹ ਹੈ ਬਿਲਕੁਲ. ਪੰਜਾਬ ਨਾਲ ਕਿੰਨਾ ਪਿਆਰ ਰੱਖਦੇ ਹੋ ਤੁਸੀਂ? ਉਹ ਇਹ ਪੁੱਛਣ ਵਾਲੀ ਗੱਲ ਹੈ. ਸਾਡੀ ਜਨਮ ਭੂਮੀ, ਉਹਦੇ ਨਾਲ ਅਸੀਂ ਜੁੜੇ ਹੋਏ ਹਾਂ ਜੀ. ਆਲਵੇਜ਼ ਥਿੰਕ ਅਬਾਊਟ ਇਟ. ਬੜਾ ਚੰਗਾ ਲੱਗਦਾ ਜਦੋਂ ਜਾਈਦਾ ਉੱਥੇ. we love the progress they have made. ਤੇ ਬਾਕੀ ਐਜ਼ ਫਾਰ ਐਜ਼ ਜਿਹੜੀਆਂ ਵਿਜ਼ਿਟ ਕਰਨ ਲਈ ਬਹੁਤ ਸੋਹਣਾ, ਰੱਬ ਤੁਹਾਨੂੰ ਕੰਮ ਨਾ ਉੱਥੇ ਪਵਾਵੇ ਸਰਕਾਰ ਕੋਲੋਂ, ਤੇ ਉਹਦੇ ਲਈ ਕਾਫੀ ਮਾੜਾ ਹੈ ਕੋਈ. ਤੇ ਬਿਕੋਜ਼ ਬਿਊਰੋਕ੍ਰੇਸੀ ਇੰਨੀ ਕਰਪਟ ਹੈ ਕਿ ਬਹੁਤ ਟਾਈਮ ਖਰਾਬ ਹੁੰਦਾ ਉੱਥੇ. ਠੀਕ ਹੈ, ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਲੇਕਿਨ ਉੱਥੇ ਇੱਕ ਅੱਜ 6ਵਾਂ ਦਰਿਆ ਦੀ ਵਹਿ ਰਿਹਾ ਹੈ ਜਿਸ ਨੂੰ ਨਸ਼ਿਆਂ ਦਾ ਦਰਿਆ ਕਹਿੰਦੇ ਨੇ. ਸੋਸ਼ਲ ਮੀਡੀਆ ਤੇ ਪੰਜਾਬ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਜਾਂਦਾ ਹੈ. ਹਾਂਜੀ. ਪਰ ਜਦੋਂ ਅਸੀਂ ਅਮਰੀਕਾ ਵੱਲ ਦੇਖਦੇ ਹਾਂ, ਕੈਨੇਡਾ ਵੱਲ ਦੇਖਦੇ ਹਾਂ, ਆਸਟ੍ਰੇਲੀਆ, UK, ਜਰਮਨੀ, ਯੂਰਪ ਵੱਲ ਦੇਖਦੇ ਹਾਂ, ਇੱਥੇ ਤਾਂ ਨਸ਼ੇ ਉਸ ਤੋਂ ਕਈ ਜ਼ਿਆਦਾ ਨੇ. ਇੱਥੇ ਤਾਂ ਸਰੇਆਮ ਨਸ਼ੇ ਮਿਲਦੇ ਨੇ. ਹਾਂਜੀ. ਫਿਰ ਵੀ ਕਿਉਂ ਪੰਜਾਬ ਨੂੰ ਹੀ ਬਦਨਾਮ ਕੀਤਾ ਜਾਂਦਾ ਹੈ? I think ਇਹ ਵੀ ਮਿਸਕਨਸੈਪਸ਼ਨ ਹੈ ਬਰਮਾਨੀ ਸਾਹਿਬ, ਕਿਉਂਕਿ I've been seeing for a long time. ਜੀ. ਇੱਕ ਵਾਰ ਮੈਂ ਇੰਡੀਆ 17 ਸਾਲ ਬਾਅਦ ਗਿਆ, ਤੇ ਉੱਥੇ ਮੈਂ ਕਿਸੇ ਨੂੰ ਮਿਲਣ ਜਾਣਾ ਸੀ. ਮੈਂ ਬੇਬੀ ਜੀ ਸਰ ਬੇਟਾ ਚ ਕਿਸੇ ਨੂੰ ਮਿਲਣਾ, ਤਾਂ ਹੁਣ ਮਿਲਿਆ 5 ਵਜੇ. ਉਹਦੇ ਬਾਅਦ ਫੁੱਲ ਕੀ ਸ਼ਤਾਬੀ ਹੋ ਜਾਂਦੇ. ਅੱਛਾ ਜੀ. ਇੰਨਾ ਬੁਰਾ ਹਾਲ ਸੀ. ਤੇ ਐਜ਼ ਦਾ ਟਾਈਮ ਪ੍ਰੋਗਰੈਸ ਮੈਂ ਗਿਆ. ਹੁਣ ਪਿਛਲੇ ਸਾਲ ਦੀ ਗੱਲ ਸੁਣੋ, ਸਾਰੇ ਪਿੰਡ ਦੇ ਵਿੱਚ ਲੋਕਾਂ ਨੇ ਸ਼ਰਾਬ ਪੀਣੀ ਛੱਡਤੀ. I heard ਕਿ ਇੱਥੇ nobody is taking drugs completely. ਉੱਧਰ ਜਾ ਰਿਹਾ
ਜੀ। ਤੇ ਬਦਨਾਮੀ ਆਈ ਡੂ ਨਾਟ ਨੋ ਕਾਹਤੋਂ ਹੁੰਦੀ ਹੈ, ਆਈ ਡੂ ਅੰਡਰਸਟੈਂਡ, ਕਿਉਂਕਿ ਸਾਡੇ ਔਰਚਰਡ ਹੈ ਉੱਥੇ ਪੰਜਾਬ ਸੈਕਟਰੀਏਟ ਦੇ ਜਿਹੜੇ EMPLOYEES ਨੇ ਬੜੇ ਬਿਊਰੋਕਰੈਟਸ, ਦੇ ਹੈਵ ਪੰਜਾਬੀ ਯੂਨੀਅਨ, ਉਹਨਾਂ ਨੇ ਫੰਕਸ਼ਨ ਕੀਤਾ, ਬਿਊਟੀਫੁਲ ਫੰਕਸ਼ਨ, ਸਾਰੇ ਦਿਨ ਦਾ ਫੰਕਸ਼ਨ ਸੀਗਾ, ਬਟ ਇਟ ਵਾਸ ਕੰਪਲੀਟਲੀ ਅਲਕੋਹਲ ਫਰੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਬੱਚਿਓ, ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈਗਾ ਤੇ ਕਿ ਤੁਸੀਂ ਇਸ ਸਟੇਜ 'ਤੇ ਆ ਰਹੇ ਹੋ ਤੇ ਇਹ ਡਾਇਰੈਕਸ਼ਨ ਤੁਸੀਂ ਯੂਥ ਨੂੰ ਦੇ ਰਹੇ ਹੋ ਕਿ ਨਸ਼ਿਆਂ ਤੋਂ ਪਾਸੇ ਹੋ। ਕਿ ਪੰਜਾਬ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਜਿਹੜੀਆਂ ਮੁਸ਼ਕਲਾਂ ਨੇ ਸੁਣੀਆਂ ਜਾਂਦੀਆਂ ਨੇ? ਨਹੀਂ, ਉੱਥੇ ਬੜਾ ਔਖਾ ਸਾਡੇ ਲਈ ਕੋਈ ਵੀ ਕੰਮ ਕਿਸੇ ਤੋਂ ਕਰਾਉਣਾ ਹੈਗਾ, ਇਫ ਵੈਰੀ ਟਾਈਮ ਕੰਜ਼ਿਊਮਿੰਗ, ਤੁਹਾਨੂੰ ਥੋੜ੍ਹੀ ਆਓ ਭਗਤ ਵੱਡੀ ਕਰਦੇ ਜਾਂ ਚਾਚੂ ਬੁਲਾ ਕੇ ਤੁਹਾਨੂੰ ਭੇਜ ਦਿੰਦੇ ਆ, ਹਾਂ ਜੀ ਦੇਖਾ ਇਹ ਕਰਾਂਗੇ, ਪਰ ਹੁੰਦਾ ਕੁਝ ਨਹੀਂ। ਦੈਟਸ ਦਾ ਇਸ਼ੂ ਵੀ ਹੈਵ, ਐਕਸਕਿਊਜ਼ ਮੀ। ਅਤੇ ਸਾਡੇ ਕੋਲ ਐਡੇ ਕੰਮ ਵੀ ਨਹੀਂ ਹੈਗੇ ਉੱਥੇ ਜਿਹੜੇ ਸਾਨੂੰ ਚਾਹੀਦੇ। ਮੈਂ ਐਗਜ਼ਾਮਪਲ ਦਿੰਦਾ ਸੀ ਕਿ we wanted to do something good for the village ਜੀ, ਤੇ ਉਹਦੇ 'ਚ ਮੈਂ ਅਪਰੋਚ ਕੀਤਾ ਬਿਊਰੋਕਰੈਟਸ ਨੂੰ, ਹਾਈ ਬਰਾਸ ਆਫ ਪੰਜਾਬ who ਤੇ ਦੇ ਪ੍ਰੋਮਿਸਡ ਕਿ ਦੇ ਵਿਲ ਪੁੱਟ ਅ ਸੂਅਰ ਇਨ ਦ ਪਿੰਡ ਦੇ ਵਿੱਚ ਜੀ, ਤੇ ਬਾਕੀ ਜਿਹੜੀ ਗੰਦਗੀ ਵਗੈਰਾ ਹੈਗੀ ਉਹਨੂੰ ਸਾਫ਼ ਕਰਵਾਓ, ਬਿਕਾਜ਼ ਵੈਰੀ ਅਨਹੈਲਦੀ ਜੀ। ਤੇ ਸਕੂਲ ਦੀ ਬਿਲਡਿੰਗ ਲਈ ਅਸੀਂ ਵੀ ਆਫਰਡ them more land, even for a hospital they wanted some land. I offered them to give 1 acre of land of mine to them. Okay. ਤੇ ਜਦੋਂ ਮੈਂ ਉੱਥੇ ਸੀ they all promised good thing ਕਿ ਹਾਂ ਜੀ ਹੋ ਗਿਆ ਕੰਮ ਹੋ ਗਿਆ, but once I left ਮੈਂ ਇੱਥੇ ਮੁੜ ਕੇ ਆ ਗਿਆ, nobody will communicate with me। ਮੈਂ ਉਹਨੂੰ ਈਮੇਲ ਪਾਵਾਂ ਤੇ ਜਾਂ ਫਿਰ ਆਪਣਾ ਟੈਲੀਫੋਨ ਕਰਾਂ, nobody would respond। ਇਸ ਪੱਖੋਂ ਮੈਂ ਕਾਫੀ ਅਨਹੈਪੀ ਹੈ ਪਰ ਕਿ ਅਸੀਂ ਚਾਹੁੰਦੇ ਹੋਏ ਵੀ ਕੁਝ ਕਰ ਨਹੀਂ ਸਕਦੇ ਉੱਥੇ। ਚਲੋ, ਅਸੀਂ ਜ਼ਰੂਰ ਚਾਹਾਂਗੇ ਕਿ ਇਸ ਇੰਟਰਵਿਊ ਦੇ ਜ਼ਰੀਏ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚੇ ਔਰ ਜਿਹੜੇ ਰੁਕੇ ਹੋਏ ਕੰਮ ਨੇ ਉਹ ਜਲਦ ਤੋਂ ਜਲਦ ਹੋਣ। ਪਰ ਆਉਣ ਵਾਲਾ ਸਮਾਂ ਕੀ ਦੇਖਦੇ ਹੋ ਤੁਸੀਂ ਨੌਜਵਾਨਾਂ ਦੇ ਲਈ? ਇੱਥੇ ਬੈਟਰ ਹੈ ਜਾਂ ਪੰਜਾਬ ਵਿੱਚ ਜਿਵੇਂ ਹੁਣ ਹੋਰ ਇਨਵੈਸਟਮੈਂਟਸ ਆ ਰਹੀਆਂ ਨੇ, ਇੰਡਸਟਰੀਜ਼ ਉੱਥੇ ਖੁੱਲ ਰਹੀਆਂ ਨੇ, ਪਰ ਫਿਰ ਵੀ ਉੱਥੋਂ ਦੇ ਬੱਚੇ ਇੱਥੇ ਆਉਣਾ ਚਾਹ ਰਹੇ ਨੇ, ਕੀ ਦੇਖਦੇ ਹੋ ਤੁਸੀਂ ਯੂਥ ਨੂੰ? ਇੱਥੇ ਵਰਮਾਨੀ ਸਾਹਿਬ, ਸੱਚ ਕਹੋ, ਇੱਥੋਂ ਦੀ ਲਾਈਫ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਉੱਥੇ ਨਾਲੋਂ, ਬਿਕੋਜ਼ ਜੇ ਥੋੜੀ ਕੁਆਲਿਟੀ ਆਫ ਲਾਈਫ ਇਜ਼ ਫਾਰ ਬੈਟਰ ਤੇ ਐਕੁਇਟੀ ਵੀ ਬੜੀ ਸੋਹਣੀ ਹੈ ਇੱਥੇ। ਇੱਕ ਆਮ ਆਦਮੀ ਦੀ ਜਿਹੜੀ ਲਾਈਫ ਹੈ ਨਾ, ਉਹ ਤੇ ਜਿਹੜੇ ਲੋਕੀ ਬਹੁਤ ਅਮੀਰ ਨੇ ਉਹਨਾਂ ਦੀ ਲਾਈਫ 'ਚ ਬਹੁਤ ਥੋੜ੍ਹਾ ਫਰਕ ਹੈ। ਜਿਹੜਾ ਬਾਹਲਾ ਅਮੀਰ ਹੈ ਉਹਦੇ ਕੋਲ ਆਪਣਾ ਏਰੋਪਲੇਨ ਹੋਊਗਾ, ਯਾਟ ਹੋਊਗੀ। ਹਾਂਜੀ। ਜਿਹੜਾ ਵਿਚਾਰਾ ਕੰਮ ਕਰਕੇ ਆਪਣੀ ਫੈਮਿਲੀ ਪਾਲਦਾ ਉਹ ਕੋਲ ਛੋਟੀ ਕਾਰ ਹੋਏਗੀ, ਪਰ ਜਿਹੜੇ ਡੇਲੀ ਰੂਟੀਨ ਲਾਈਫ ਦਾ ਉਹਨਾਂ ਦੋਵਾਂ ਦਾ ਇੱਕੋ ਜਿਹਾ ਹੀ ਹੈਗਾ, ਕੋਈ ਬਹੁਤੀ ਹੈਸਲ ਨਹੀਂ ਹੈ ਉਹਦੇ ਵਿੱਚ। ਸਭ ਦੇ ਬੱਚੇ ਸਕੂਲ ਜਾਂਦੇ ਨੇ, ਸਭ ਦੇ ਬੱਚੇ ਪੜ੍ਹਦੇ ਨੇ। ਮਿਹਨਤ ਤਾਂ ਹਰ ਕਿਸੇ ਨੂੰ ਕਰਨੀ ਪੈਂਦੀ ਹੈ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਹੋਵੇ, ਪਰ ਉਹ ਮਿਹਨਤ ਕਰੇਗਾ ਤਾਂ ਹੀ ਉਸਨੂੰ ਸਭ ਕੁਝ ਨਸੀਬ ਹੋਏਗਾ। ਰਾਈਟ। ਤੇ ਇੰਡੀਆ ਦੇ ਵਿੱਚ ਇਹ ਨਹੀਂ ਹੈ। ਇੰਡੀਆ ਦੇ ਵਿੱਚ ਸਿਸਟਮ ਇੰਨਾ ਡਿਫਰੈਂਟ ਹੋ ਗਿਆ। ਹੁਣ ਅਸੀਂ ਦਰਖਤਾਂ ਹੇਠ ਬੈਠ ਕੇ ਪੜ੍ਹੇ ਹਾਂ ਜੀ, ਪਰ ਮਾਸਟਰਾਂ ਨੇ ਸਾਨੂੰ ਇੰਨਾ ਪੜ੍ਹਾਇਆ, ਡੈਡੀਕੇਸ਼ਨ ਬਹੁਤ ਸੀ। ਦੇਖ ਜਿਵੇਂ ਅਸੀਂ ਬੱਚੇ ਹੁੰਦੇ ਹੋ ਜਿਹੇ ਸੀ, ਤੇ ਹੁਣ ਉਹ ਗੱਲ ਨਹੀਂ ਰਹੀ ਉੱਥੇ ਸਭ ਦੇ ਬੱਚੇ ਜਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ। ਤੇ ਆਈ ਡੂ ਨਾਟ ਨੋ ਕਿ ਜਿਹੜਾ ਉੱਥੋਂ ਦਾ ਸਟੈਂਡਰਡ ਕਿੰਨਾ ਕੁ ਚੰਗਾ ਹੈਗਾ। ਓਨਲੀ ਥਿੰਗ ਆਈ ਕੈਨ ਕੰਪੇਅਰ ਦੈਟ ਵਿਦ ਇਜ਼ ਕਿ ਸਾਊਥ ਇੰਡੀਆ ਦੇ ਬੱਚੇ ਇੱਥੇ ਇੰਨੇ ਆਉਂਦੇ, ਸਾਰਾ ਜਿਹੜੇ ਸਬ ਡਿਵੀਜ਼ਨ ਹੈ ਇੱਥੇ ਭਰੀਆਂ ਪਈਆਂ ਉਹਨਾਂ ਦੇ ਨਾਲ। ਹਾਂਜੀ। ਸਾਡੇ ਪੰਜਾਬੀ ਬਹੁਤ ਘੱਟ ਹੈ ਜੀ ਉਹਦੇ 'ਚ। ਉਹਦੇ ਹੈ ਕਿ ਸਾਡੀ ਕੁਆਲਿਟੀ ਆਫ ਐਜੂਕੇਸ਼ਨ ਪੰਜਾਬ ਦੀ ਇਜ਼ ਨਾਟ ਗੁੱਡ। ਜਿਹੜਾ ਪਹਿਲਾਂ ਪੰਜਾਬ ਮੰਨਿਆ ਜਾਂਦਾ ਸੀਗਾ, ਉਹ ਡੈਡੀਕੇਸ਼ਨ ਨਹੀਂ ਰਹੀ। ਟੀਚਿੰਗ ਜਿਹੜੇ ਫੈਕਲਟੀ ਹੈ ਨਾ ਜੀ, ਦੇ ਡੋਂਟ ਟੇਕ ਦ ਰਿਸਪੋਂਸਿਬਿਲਿਟੀ ਟੂ ਕਿ ਬੱਚਿਆਂ ਨੂੰ ਇਹ ਸਿਖਾਉਣਾ ਹੈ। ਬਹੁਤ ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ, ਸਾਡੇ ਨਾਲ ਇੰਨੀਆਂ
ਸਾਫ ਸੁਥਰੀਆਂ ਗੱਲਾਂ ਕਰਨ ਦੇ ਲਈ, ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਮੈਨੂੰ ਲੱਗਦਾ ਕਿ ਇਹ ਹਰ ਇੱਕ ਦੇ ਕੋਲ ਪਹੁੰਚਣੀਆਂ ਚਾਹੀਦੀਆਂ ਨੇ ਕਿ ਕਿਸ ਤਰ੍ਹਾਂ ਦੇ ਜਜ਼ਬਾਤ ਨੇ, ਕਿਸ ਤਰ੍ਹਾਂ ਦੀਆਂ ਫੀਲਿੰਗਸ ਨੇ ਜਦੋਂ ਪੰਜਾਬ ਤੋਂ ਦੂਰ ਰਹਿ ਕੇ ਇੱਕ ਬੰਦਾ ਇੱਥੇ ਵਿਦੇਸ਼ੀ ਧਰਤੀ ਤੇ ਹੁੰਦਾ ਔਰ ਕਿਸ ਤਰ੍ਹਾਂ ਨਾਲ ਉਹ ਆਪਣੇ ਜ਼ਿੰਦਗੀ ਨੂੰ ਅੱਗੇ ਵਧਾਉਂਦਾ। ਇਹ ਵਾਕਈ ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਬੜੇ ਤਰੀਕੇ ਨਾਲ ਅਸੀਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸੋ ਇਹ ਸਨ ਸਰਦਾਰ ਸੱਜਣ ਸਿੰਘ ਧਾਲੀਵਾਲ ਸਾਹਿਬ, ਜਿਨ੍ਹਾਂ ਨੇ ਸਾਡੀਆਂ ਸਾਰੀਆਂ ਗੱਲਾਂ ਦਾ ਕੌੜੇ ਮਿੱਠੇ ਜਿਹੜੇ ਸਾਡੇ ਸਵਾਲ ਸੀ ਉਹਨਾਂ ਦੇ ਜਿਹੜੇ ਜਵਾਬ ਨੇ ਬੜੇ ਦਮਦਾਰ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਔਰ ਪੰਜਾਬ ਦੇ ਲਈ ਕੁਝ ਸ਼ਿਕਾਇਤਾਂ ਵੀ ਨੇ, ਪਰ ਉਮੀਦ ਕਰਦੇ ਨੇ ਕਿ ਇਹ ਸ਼ਿਕਾਇਤਾਂ ਜਲਦੀ ਹੱਲ ਵੀ ਹੋਣਗੀਆਂ। ਸੋ ਇਸ ਕਰਕੇ ਇਹਨਾਂ ਨੂੰ ਅਸੀਂ ਕਿਹਾ ਸਿੱਖ ਹਾਈ ਫਲਾਇਰ ਸੱਜਣ ਸਿੰਘ ਧਾਲੀਵਾਲ ਸਾਹਿਬ। ਅਗਲੇ ਹਫ਼ਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਭਲੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।